ਚਮਕੌਰ ਦੀ ਗੜੀ ਚੋਂ ਨਿਕਲਣ ਤੋਂ ਬਾਅਦ ਦਸ਼ਮੇਸ਼ ਪਿਤਾ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਨਬੀ ਖਾਂ ਤੇ ਗਨੀ ਖਾਂ ਦੀ ਮਦਦ ਨਾਲ ਫੌਜ ਦੇ ਘੇਰੇ ਨੂੰ ਚਕਮਾ ਦੇ ਕੇ ਪਿੰਡ ਦੀਨੇ ਵਿਖੇ ਪਹੁੰਚਦੇ ਹਨ, ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚੁਬਾਰੇ ਵਿੱਚ ਬੈਠ ਕੇ ਗੁਰੂ ਸਾਹਿਬ ਨੇ ਜ਼ੁਲਮ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਵੱਲ ਉਹ ਇਤਿਹਾਸਿਕ ਖੱਤ ਲਿਖਿਆ ਸੀ ਜਿਹਨੂੰ ਆਪਾਂ ਜ਼ਫਰਨਾਮਾ ਦੇ ਨਾਮ ਨਾਲ ਜਾਣਦੇ ਹਾਂ। ਪਰ ਇਤਿਹਾਸਿਕ ਸਰੋਤ ਗਵਾਹ ਹਨ ਕਿ ਗੁਰੂ ਸਾਹਿਬ ਨੇ ਜ਼ਫਰਨਾਮਾ ਤੋਂ ਪਹਿਲਾਂ ਵੀ ਇੱਕ ਖੱਤ ਔਰੰਗਜ਼ੇਬ ਵੱਲ ਲਿਖਿਆ ਸੀ। ਇਤਿਹਾਸ ਦੀ ਤਵਾਰੀਖ ਵਿੱਚ ਇਸ ਖੱਤ ਦਾ ਨਾਮ ਫਤਿਹਨਾਮਾ ਕਰਕੇ ਆਉਂਦਾ ਹੈ। ਗਿਆਨੀ ਨਰੈਣ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਫਰਨਾਮਾ ਸੰਪਾਦਿਤ ਕੀਤਾ ਸੀ, ਉਹਨਾਂ ਫਤਿਹਨਾਮਾ ਦੇ ਹੁਣ ਤੱਕ ਮਿਲੇ ਕੁੱਲ 11 ਸ਼ੇਰਾਂ ਨੂੰ ਜ਼ਫਰਨਾਮਾ ਦੇ ਸਟਾਰਟਿੰਗ ਵਿੱਚ ਜੋੜ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ। ਇਸ ਤੋਂ ਬਾਅਦ ਜਦੋਂ ਪਿਆਰਾ ਸਿੰਘ ਪਦਮ ਹੁਣਾਂ ਨੇ ਜ਼ਫਰਨਾਮਾ ਪੇਸ਼ ਕੀਤਾ ਤਾਂ ਉਹਨਾਂ ਨੇ ਇਹਨਾਂ 11 ਸ਼ੇਰਾਂ ਨੂੰ ਜੰਗਨਾਮਾ ਦੇ ਰੂਪ ਵਿੱਚ ਅੰਤ ਵਿੱਚ ਜੋੜਿਆ। ਸੋ ਸੰਪਾਦਨ ਭਾਵੇਂ ਕਿਸੇ ਵੀ ਤਰੀਕੇ ਨਾਲ ਕੀਤਾ ਗਿਆ ਹੋਵੇ, ਕੁੱਲ ਮਿਲਾ ਕੇ ਸਾਡੇ ਕੋਲ ਹਨ ਜ਼ਫਰਨਾਮਾ ਦੇ 124 ਸ਼ੇਰ, ਫਤਿਹਨਾਮਾ ਦੇ 11 ਸ਼ੇਰ, ਕੁੱਲ 135 ਸ਼ੇਰ। ਪਰ ਜਦੋਂ ਆਪਾਂ ਇਹਨਾਂ ਸ਼ੇਰਾਂ ਦੀ ਤਫਤੀਸ਼ ਦਾ ਥੋੜਾ ਜਿਹਾ ਹੀ ਡੂੰਘਾ ਅਧਿਐਨ ਕਰਦੇ ਹਾਂ ਤਾਂ ਇਹ ਸਾਫ਼-ਸਾਫ਼ ਪ੍ਰਤੀਤ ਹੁੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ ਨਾਲ ਲਿਖੇ ਇਸ ਖੱਤ ਦੇ ਕਾਫੀ ਸ਼ੇਰ ਵਿੱਚੋਂ ਗੁੰਮ ਹੋ ਚੁੱਕੇ ਹਨ। ਇਤਿਹਾਸ ਨੂੰ ਨਾ ਸਾਂਭ ਪਾਉਣਾ ਹਮੇਸ਼ਾ ਤੋਂ ਹੀ ਸਿੱਖਾਂ ਦੀ ਇੱਕ ਬਹੁਤ ਵੱਡੀ ਨਾਕਾਮੀ ਰਹੀ ਹੈ। ਇਤਿਹਾਸਿਕ ਸਬੂਤ ਇਸ਼ਾਰਾ ਕਰਦੇ ਹਨ ਕਿ ਇਹ ਫਤਿਹਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਦੇ ਨੇੜੇ ਕਿਸੇ ਥਾਂ ਤੇ ਬੈਠ ਕੇ ਲਿਖਿਆ ਹੋਊਗਾ, ਕਿਉਂਕਿ ਫਤਿਹਨਾਮਾ ਨੂੰ ਪੜ੍ਹਨ ਸਮੇਂ ਇੰਜ ਜਾਪਦਾ ਹੈ ਕਿ ਇਸ ਨੂੰ ਲਿਖਦੇ ਸਮੇਂ ਗੁਰੂ ਸਾਹਿਬ ਨੂੰ ਸਿਰਫ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹੀ ਪਤਾ ਸੀ। ਨਿੱਕੀਆਂ ਮਾਸੂਮ ਜਿੰਦਾਂ ਨੂੰ ਸ਼ਹੀਦ ਕੀਤੇ ਜਾਣ ਦੀ ਖਬਰ ਹਜੇ ਉਹਨਾਂ ਤੱਕ ਨਹੀਂ ਪਹੁੰਚੀ ਸੀ, ਕਿਉਂਕਿ ਫਤਿਹਨਾਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ, ਚੀਹਾਂ ਸ਼ੁੱਧ ਸ਼ਿਗਾਲੋ ਬਾ ਮਗਰੇ ਰਿਆ ਹਮੇ ਪੁਸ਼ਤ ਦੋ ਬੱਚਗਾ ਸ਼ੇਰੇ। ਯਾਨੀ ਕਿ ਕੀ ਹੋ ਗਿਆ ਔਰੰਗਜ਼ੇਬ ਜੇ ਇੱਕ ਚਲਾਕ ਬਘਿਆੜ ਨੇ ਧੋਖੇ ਨਾਲ ਸ਼ੇਰ ਦੇ 2 ਪੁੱਤ ਸ਼ਹੀਦ ਕਰ ਦਿੱਤੇ। ਇਸੇ ਨਾਲ ਮਿਲਦੀ ਜੁਲਦੀ ਗੱਲ ਹੀ ਗੁਰੂ ਸਾਹਿਬ ਜ਼ਫਰਨਾਮਾ ਵਿੱਚ ਵੀ ਲਿਖਦੇ ਹਨ। ਪਿੰਡ ਦੀਨੇ ਵਿਖੇ ਭਾਈ ਦੇਸਾ ਸਿੰਘ ਜੀ ਦੇ ਚੁਬਾਰੇ ਵਿੱਚ ਜ਼ਫਰਨਾਮਾ ਲਿਖਣ ਤੋਂ ਬਾਅਦ ਗੁਰੂ ਸਾਹਿਬ ਅੱਗੇ ਵੱਧ ਜਾਂਦੇ ਹਨ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਿੱਛੇ ਲੱਗੀ ਫੌਜ ਨਾਲ ਖਦਰਾਣੇ ਦੀ ਢਾਬ ਤੇ ਜੰਗ ਹੁੰਦੀ ਹੈ, ਜਿਸ ਨੂੰ ਅੱਜ ਆਪਾਂ ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਦੇ ਨਾਮ ਨਾਲ ਜਾਣਦੇ ਹਾਂ, ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਿਦਾਵਾ ਦੇ ਕੇ ਆਏ 40 ਸਿੰਘਾਂ ਨੇ ਧਰਮ ਹਿੱਤ ਵਿੱਚ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਨਾਲ ਟੁੱਟੀ ਗੰਢੀ ਸੀ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਦੀ ਤਲਵੰਡੀ ਆਪਣਾ ਅਗਲਾ ਪੜਾਅ ਲਾਉਂਦੇ ਹਨ। ਤਲਵੰਡੀ ਦਾ ਮਤਲਬ ਹੁੰਦਾ ਹੈ ਤਲ ਵੰਡੀ, ਜ਼ਮੀਨ ਦੀ ਵੰਡ, ਯਾਨੀ ਕਿ ਇਹ ਉਹ ਜ਼ਮੀਨ ਸੀ ਜੋ ਭਾਈ ਧੰਨਾ ਜੀ ਦੇ ਵਡੇਰੇ ਭਾਈ ਸਾਬੋ ਜੀ ਦੇ ਹਿੱਸੇ ਆਈ ਸੀ, ਜਿੱਥੇ ਅੱਜ 5 ਤਖਤਾਂ ਚੋਂ ਇੱਕ ਸ਼੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇੱਥੇ ਰਹਿੰਦੇ ਹੋਏ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਤੋਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਸੰਪਾਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਰਵਾਇਆ ਸੀ। ਇਤਿਹਾਸਿਕ ਸਰੋਤ ਦੱਸਦੇ ਹਨ ਕਿ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਦੱਖਣ ਵੱਲ ਚਾਲੇ ਪਾ ਦਿੱਤੇ ਸਨ। ਗੁਰੂ ਸਾਹਿਬ ਦੇ ਦੱਖਣ ਵੱਲ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਔਰੰਗਜ਼ੇਬ ਵੀ ਦੱਖਣ ਵਿੱਚ ਉੱਠ ਰਹੀ ਬਗਾਵਤ ਨੂੰ ਦਬਾਉਣ ਲਈ ਉਸੇ ਪਾਸੇ ਗਿਆ ਹੋਇਆ ਸੀ ਤੇ ਗੁਰੂ ਸਾਹਿਬ ਔਰੰਗਜ਼ੇਬ ਨਾਲ ਮੁਲਾਕਾਤ ਕਰਕੇ ਉਸ ਦੇ ਕੀਤੇ ਜ਼ੁਲਮ ਬਿਆਨ ਕਰਕੇ ਉਸ ਦੀਆਂ ਅੱਖਾਂ ਖੋਲਣੀਆਂ ਚਾਹੁੰਦੇ ਸਨ। ਹਜੇ ਗੁਰੂ ਸਾਹਿਬ ਦਾ ਕਾਫਲਾ ਦੱਖਣ ਵੱਲ ਥੋੜਾ ਹੀ ਅੱਗੇ ਵਧਿਆ ਸੀ ਕਿ ਖਬਰ ਮਿਲਦੀ ਹੈ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ। ਔਰੰਗਜ਼ੇਬ ਦੇ ਬਾਰੇ ਡੂੰਘਾਈ ਨਾਲ ਦੱਸਣ ਵਾਲੀਆਂ 2 ਕਿਤਾਬਾਂ ਹਨ। ਪਹਿਲੀ ਹੈ ਮੁਹੱਸਰੇ ਆਲਮਗੀਰੀ ਤੇ ਦੂਸਰੀ ਹੈ ਅਹਿਕਾਮੇ ਆਲਮਗੀਰੀ। ਲਿਖਾਰੀ ਹੈ ਅਨਾਇਤ ਉੱਲਾ ਖਾਨ, ਜੋ ਕਿ ਔਰੰਗਜ਼ੇਬ ਦਾ ਆਪਣਾ ਸਰਕਾਰੀ ਵਿਦਵਾਨ ਸੀ। ਔਰੰਗਜ਼ੇਬ ਦੇ ਰਾਜ ਵਿੱਚ ਹੀ ਇਹ 2 ਸਾਲ ਕਸ਼ਮੀਰ ਦਾ ਗਵਰਨਰ ਵੀ ਰਹਿ ਚੁੱਕਿਆ ਸੀ ਤੇ ਮੌਤ ਦੇ ਸਮੇਂ ਔਰੰਗਜ਼ੇਬ ਦੇ ਨਿੱਜੀ ਸਲਾਹਕਾਰ ਦੀ ਜ਼ਿੰਮੇਵਾਰੀ ਸੰਭੇ ਹੋਏ ਸੀ। ਇਹਨਾਂ ਲਿਖਤਾਂ ਵਿੱਚ ਸਿੱਖਾਂ ਦੇ ਇਤਿਹਾਸ ਵਿੱਚ ਰਲੇ ਪਾ ਕੇ ਉਸ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪਰ ਲਖਾਰੀ ਨੇ ਔਰੰਗਜ਼ੇਬ ਦੀ ਮੌਤ ਬਾਰੇ ਜੋ ਕੁਝ ਲਿਖਿਆ ਹੈ ਉਹ ਹੈਰਾਨ ਕਰ ਦਿੰਦਾ ਹੈ। ਇਸੇ ਗੱਲ ਨੂੰ ਹੀ ਆਧਾਰ ਬਣਾ ਕੇ ਸਿੱਖ ਵਿਦਵਾਨ ਇਹ ਕਹਿੰਦੇ ਹਨ ਕਿ ਜਿਉਂ-ਜਿਉਂ ਔਰੰਗਜ਼ੇਬ ਸਤਿਗੁਰ ਪਾਤਸ਼ਾਹ ਦਾ ਲਿਖਿਆ ਜ਼ਫਰਨਾਮਾ ਪੜ੍ਹਦਾ ਗਿਆ, ਤਿਉਂ-ਤਿਉਂ ਆਪਣੇ ਕੀਤੇ ਪਾਪ ਦੇ ਝੋਰੇ ਨਾਲ ਉਸ ਦੀ ਜਾਨ ਔਖੀ ਹੁੰਦੀ ਗਈ। ਔਰੰਗਜ਼ੇਬ ਲਿਖਦਾ ਹੈ ਕਿ ਮੈਂ ਖੁਦਾ ਦੀ ਭੇਜੀ ਪਾਕ ਰੂਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਤੇ ਨਜਾਇਜ਼ ਹੀ ਇੰਨੇ ਜ਼ੁਲਮ ਢਾਉਂਦਾ ਰਿਹਾ। ਮਰਦੇ ਸਮੇਂ ਔਰੰਗਜ਼ੇਬ ਆਪਣੇ ਸਰਾਣੇ ਖੱਤ ਛੱਡ ਕੇ ਗਿਆ। ਇਸ ਖੱਤ ਨੂੰ ਸ਼ਿਕਸਤਨਾਮਾ ਕਿਹਾ ਜਾਂਦਾ ਹੈ। ਹੁਣ ਇੱਥੇ 2 ਗੱਲਾਂ ਹਨ। ਜੇ ਆਪਾਂ ਦੁਨਿਆਵੀ ਪੱਧਰ ਤੇ ਵੇਖੀਏ ਤਾਂ ਗੁਰੂ ਸਾਹਿਬ ਜੀ ਦੇ ਪਿਤਾ ਸ਼ਹੀਦ, ਮਾਤਾ ਸ਼ਹੀਦ, ਪੁੱਤਰ ਸ਼ਹੀਦ, ਜਾਨ ਤੋਂ ਪਿਆਰੇ ਸਿੰਘ ਸ਼ਹੀਦ, ਤਖਤ ਗਿਆ, ਤਾਜ ਗਿਆ, ਬਾਜ ਗਿਆ, ਰਾਜ ਗਿਆ। ਇੰਜ ਲੱਗਦਾ ਹੈ ਕਿ ਹਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੋ ਗਈ। ਪਰ ਜੇ ਮਾਨਸਿਕ ਪੱਧਰ ਤੇ ਵੇਖੀਏ ਤਾਂ ਇੰਨੀਆਂ ਔਕੜਾਂ ਹੰਡਾਉਣ ਤੋਂ ਬਾਅਦ ਵੀ ਗੁਰੂ ਸਾਹਿਬ ਔਰੰਗਜ਼ੇਬ ਵੱਲ ਕਦੀ ਜ਼ਫਰਨਾਮਾ ਲਿਖਦੇ ਹਨ ਤੇ ਕਦੀ ਫਤਿਹਨਾਮਾ, ਤੇ ਦੂਸਰੇ ਪਾਸੇ ਇੰਨੇ ਜ਼ੁਲਮ ਢਾਉਣ ਤੋਂ ਬਾਅਦ ਵੀ ਔਰੰਗਜ਼ੇਬ ਮਾਨਸਿਕ ਤੌਰ ਤੇ ਆਪਣੀ ਹਾਰ ਮੰਨ ਕੇ ਮਰਦੇ ਸਮੇਂ ਸ਼ਿਕਸਤਨਾਮਾ ਲਿਖ ਰਿਹਾ ਹੈ। ਸ਼ਿਕਸਤਨਾਮਾ ਵਿੱਚ ਔਰੰਗਜ਼ੇਬ ਲਿਖਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇਹੋ ਜਿਹੇ ਗੁਨਾਹ ਕਰ ਬੈਠਾ ਹਾਂ ਜੋ ਅੱਲਾ ਦੇ ਘਰ ਵੀ ਬਖਸ਼ਣਯੋਗ ਨਹੀਂ ਹਨ। ਮੈਂ ਉਸ ਖੁਦਾ ਦੀ ਭੇਜੀ ਪਾਕ ਰੂਹ
ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਇਸ ਕਦਰ ਜ਼ੁਲਮ ਕਰਦਾ ਰਿਹਾ ਕਿ ਮੈਨੂੰ ਹੁਣ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ। ਮਰਨ ਤੋਂ ਬਾਅਦ ਜਦੋਂ ਮੇਰੀ ਨਮਾਜ਼ੇ ਜਨਾਜ਼ਾ ਤੇ ਨਮਾਜ਼ੇ ਮਈਤ ਪੜੀ ਜਾਵੇ, ਯਾਨੀ ਕਿ ਜਦੋਂ ਮੇਰੀਆਂ ਕਫਨ ਤੇ ਦਫਨ ਦੀਆਂ ਰਸਮਾਂ ਕੀਤੀਆਂ ਜਾਣ, ਤਾਂ ਮੇਰਾ ਮੂੰਹ ਮੱਕੇ ਵੱਲ ਨਾ ਕੀਤਾ ਜਾਵੇ, ਕਿਉਂਕਿ ਮੈਂ ਖੁਦਾ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ। ਤੇ ਨਾ ਹੀ ਮੇਰੀ ਕਬਰ ਤੇ ਕਦੀ ਕੋਈ ਰੁੱਖ ਲਾਇਆ ਜਾਵੇ, ਕਿਉਂਕਿ ਮੇਰੇ ਜ਼ੁਲਮਾਂ ਦਾ ਖਾਤਾ ਇੰਨਾ ਵੱਡਾ ਹੋ ਚੁੱਕਿਆ ਹੈ ਕਿ ਮੈਨੂੰ ਇਜਾਜ਼ਤ ਨਹੀਂ ਕਿ ਮੈਂ ਮਰਨ ਤੋਂ ਬਾਅਦ ਵੀ ਕੋਈ ਛਾਂ ਮਾਣ ਸਕਾਂ। ਕਿੰਨੀ ਜ਼ਬਰਦਸਤ ਪਕੜ ਹੋਊਗੀ ਦਸ਼ਮੇਸ਼ ਪਿਤਾ ਦੀਆਂ ਲਿਖਤਾਂ ਵਿੱਚ ਕਿ ਜਿਹੜਾ ਔਰੰਗਜ਼ੇਬ ਹਜੇ ਕੁਝ ਦਿਨ ਪਹਿਲਾਂ ਹੀ 9 ਤੇ 7 ਸਾਲ ਦੇ ਬੱਚਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਇਨਾਮ ਤੇ ਜਗੀਰਾਂ ਵੰਡ ਕੇ ਖੁਸ਼ੀਆਂ ਮਨਾ ਰਿਹਾ ਸੀ, ਜ਼ਫਰਨਾਮਾ ਪੜ੍ਹਦੇ ਹੀ ਉਸਦੇ ਦਿਲ ਤੇ ਇੰਨੀ ਚੋਟ ਲੱਗੀ ਕਿ ਉਸਨੂੰ ਆਪਣੀਆਂ ਕੀਤੀਆਂ ਗਲਤੀਆਂ ਦਾ ਝੋਰਾ ਖਾਣ ਲੱਗ ਪਿਆ ਤੇ ਇਸੇ ਪਛਤਾਵੇ ਵਿੱਚ ਤੜਫਦੇ ਹੋਏ ਮਰਨ ਤੋਂ ਪਹਿਲਾਂ ਉਹ ਸ਼ਿਕਸਤਨਾਮਾ ਵਿੱਚ ਇਹੋ ਜਿਹੀਆਂ ਗੱਲਾਂ ਲਿਖ ਰਿਹਾ ਹੈ। ਜੇ ਇਹ ਸ਼ਿਕਸਤਨਾਮਾ ਕਿਸੇ ਸਿੱਖ ਵਿਦਵਾਨ ਦੀਆਂ ਲਿਖਤਾਂ ਹੁੰਦੀਆਂ ਤਾਂ ਸ਼ਾਇਦ ਇਹ ਜ਼ਮਾਨਾ ਵਿਸ਼ਵਾਸ ਨਾ ਕਰਦਾ, ਪਰ ਇਹ ਕਿਤਾਬਾਂ ਅਹਿਕਾਮੇ ਆਲਮਗੀਰੀ ਤੇ ਮੋਸਰੇ ਆਲਮਗੀਰੀ ਔਰੰਗਜ਼ੇਬ ਦੇ ਖਾਸ ਵਿਦਵਾਨ ਦੀਆਂ ਲਿਖਤਾਂ ਹਨ, ਜਿਹਦੀ ਕਲਮ ਤਾਂ ਉਮਰ ਸਿੱਖਾਂ ਲਈ ਮੰਦਾ ਹੀ ਲਿਖਦੀ ਰਹੀ ਹੈ। ਜਦੋਂ ਔਰੰਗਜ਼ੇਬ ਦੀ ਮੌਤ ਦੀ ਖਬਰ ਗੁਰੂ ਸਾਹਿਬ ਕੋਲ ਪਹੁੰਚਦੀ ਹੈ ਤਾਂ ਪਿੱਛੇ ਇੱਕ ਸੁਨੇਹਾ ਹੋਰ ਆਉਂਦਾ ਹੈ ਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ 2 ਪੁੱਤਰਾਂ ਅਜੀਜ਼ ਮੁਹੰਮਦ ਉਰਫ ਤਾਰਾ ਆਜਮ ਤੇ ਸ਼ਹਿਜ਼ਾਦਾ ਮੌਲਜ਼ਮ ਉਰਫ ਬਹਾਦਰ ਸ਼ਾਹ ਵਿਚਕਾਰ ਤਖਤ ਨੂੰ ਲੈ ਕੇ ਜੰਗ ਛਿੜ ਗਈ ਹੈ। ਇਹ ਸੁਨੇਹਾ ਲੈ ਕੇ ਆਏ ਸਨ ਭਾਈ ਨੰਦ ਲਾਲ ਜੀ, ਜੋ ਇੱਕ ਪਾਸੇ ਗੁਰੂ ਘਰ ਦੇ ਸ਼ਰਧਾਲੂ ਸਨ ਤੇ ਦੂਸਰੇ ਪਾਸੇ ਸ਼ਹਿਜ਼ਾਦਾ ਮੌਲਜ਼ਮ ਦੇ ਉਸਤਾਦ। ਇਹ ਬਚਪਨ ਵਿੱਚ ਸ਼ਹਿਜ਼ਾਦੇ ਨੂੰ ਫਾਰਸੀ ਤੇ ਅਰਬੀ ਸਿਖਾਉਂਦੇ ਸਨ। ਆਪਣੇ ਉਸਤਾਦ ਦੇ ਕਹਿਣ ਤੇ ਹੀ ਸ਼ਹਿਜ਼ਾਦਾ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਲੀ ਫੌਜ ਵਿੱਚ ਸ਼ਾਮਲ ਨਹੀਂ ਹੋਇਆ ਸੀ। ਭਾਈ ਨੰਦ ਲਾਲ ਜੀ ਇਸ ਤਖਤ ਦੀ ਲੜਾਈ ਵਿੱਚ ਸ਼ਹਿਜ਼ਾਦਾ ਮੌਲਜ਼ਮ ਉਰਫ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਹਨ। ਗੁਰੂ ਸਾਹਿਬ ਜੀ ਭਾਈ ਨੰਦ ਲਾਲ ਦੀ ਬੇਨਤੀ ਦਰ ਪ੍ਰਵਾਨ ਕਰ ਲੈਂਦੇ ਹਨ। ਸੋਚੋ ਕਿੰਨਾ ਵਿਸ਼ਾਲ ਹਿਰਦਾ ਹੋਊਗਾ ਮੇਰੇ ਗੁਰੂ ਦਾ, ਜਿਹੜੇ ਜ਼ਾਲਮ ਨੇ ਉਹਨਾਂ ਦੇ 4 ਪੁੱਤਰ ਬੇਰਹਿਮੀ ਨਾਲ ਸ਼ਹੀਦ ਕਰਵਾ ਦਿੱਤੇ, ਅੱਜ ਗੁਰੂ ਪਾਤਸ਼ਾਹ ਉਹਨਾਂ ਦੇ ਪੁੱਤਰ ਦੀ ਹੀ ਮਦਦ ਕਰਨ ਜਾ ਰਹੇ ਹਨ। ਔਰੰਗਜ਼ੇਬ ਦੇ ਰਾਜ ਵਿੱਚ ਬਹਾਦਰ ਸ਼ਾਹ ਪੰਜਾਬ ਅਤੇ ਕਾਬੁਲ ਦਾ ਅਤੇ ਤਾਰਾ ਆਜਮ ਗੁਜਰਾਤ ਅਤੇ ਮਾਲਵੇ ਦਾ ਗਵਰਨਰ ਸੀ। ਦੋਵਾਂ ਦੀਆਂ ਫੌਜਾਂ ਲਗਭਗ ਬਰਾਬਰ ਹੀ ਸਨ, ਪਰ ਆਪਣੇ ਭਰਾ ਤੋਂ ਪਹਿਲਾਂ ਦਿੱਲੀ ਪਹੁੰਚਣ ਕਰਕੇ ਤਾਰਾ ਆਜਮ ਨੇ ਰਾਜਧਾਨੀ ਦੀ ਸਾਰੀ ਫੌਜ ਤੇ ਸਾਰੇ ਸ਼ਾਹੀ ਅਸਲੇਖਾਨੇ ਤੇ ਕਬਜ਼ਾ ਕਰ ਲਿਆ ਸੀ। ਇਸ ਕਰਕੇ ਹੁਣ ਉਸ ਦੀ ਜੰਗੀ ਤਾਕਤ ਆਪਣੇ ਭਰਾ ਨਾਲੋਂ ਕਈ ਗੁਣਾ ਵੱਧ ਚੁੱਕੀ ਸੀ। ਜੰਗ ਸ਼ੁਰੂ ਹੁੰਦੇ ਹੀ ਤਾਰਾ ਆਜਮ ਦੇ ਪੁੱਤਰ ਦੀਦਾਰ ਬਖਸ਼ ਨੇ ਆਕ੍ਰਾਮਕ ਅਗਵਾਈ ਕਰਦੇ ਹੋਏ ਆਪਣੀ ਦੁਸ਼ਮਣ ਫੌਜ ਦੇ ਪੈਰ ਹਿਲਾ ਕੇ ਰੱਖ ਦਿੱਤੇ। ਇੱਕ ਲੰਮੇ ਚੌੜੇ ਜੰਗੇ ਮੈਦਾਨ ਵਿੱਚ ਮੁਗਲ ਸਲਤਨਤ ਦਾ ਅਗਲਾ ਬਾਦਸ਼ਾਹ ਚੁਣਨ ਲਈ ਵੱਡੇ ਪੱਧਰ ਤੇ ਕੱਟ-ਵੱਢ ਚੱਲ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਲਹੂ ਦਾ ਲਾਲ ਗਲੀਚਾ ਵਿਛਾ ਦਿੱਤਾ ਹੋਵੇ। ਦੁਸ਼ਮਣ ਤੇ ਭਾਰੀ ਪੈ ਰਹੀ ਤਾਰਾ ਆਜਮ ਦੀ ਵੱਡੀ ਫੌਜ ਨੂੰ ਪਹਿਲਾ ਝਟਕਾ ਉਦੋਂ ਲੱਗਿਆ ਜਦੋਂ ਫੌਜ ਦੀ ਅਗਵਾਈ ਕਰ ਰਿਹਾ ਉਸ ਦਾ ਪੁੱਤਰ ਦੀਦਾਰ ਬਖਸ਼ ਮਾਰਿਆ ਗਿਆ। ਹੁਣ ਹਾਥੀ ਤੇ ਸਵਾਰ ਹੋ ਕੇ ਤਾਰਾ ਆਜਮ ਆਪ ਆਪਣੀ ਫੌਜ ਦੀ ਅਗਵਾਈ ਕਰ ਰਿਹਾ ਸੀ। ਦੁਪਹਿਰ ਤੱਕ ਬਹਾਦਰ ਸ਼ਾਹ ਦੀ ਫੌਜ ਦਾ ਇੱਕ ਵੱਡਾ ਹਿੱਸਾ ਜ਼ਮੀਨ ਤੇ ਵਿਛ ਚੁੱਕਿਆ ਸੀ ਤੇ ਉਸ ਦੀ ਹਾਰ ਬਹੁਤ ਨੇੜੇ ਜਾਪ ਰਹੀ ਸੀ। ਉਸੇ ਸਮੇਂ ਇੱਕ ਤੀਰ ਆ ਕੇ ਹਾਥੀ ਦੇ ਬੈਠੇ ਤਾਰਾ ਆਜਮ ਦੀ ਹਿੱਕ ਚੋਂ ਪਾਰ ਹੋ ਗਿਆ ਤੇ ਕੁਝ ਪਲਾਂ ਵਿੱਚ ਹੀ ਉਹ ਅਗਲੀ ਦੁਨੀਆ ਵੱਲ ਜਾ ਤੁਰਿਆ। ਹੁਣ ਆਪਣੇ ਜਿਹੜੇ ਜਰਨੈਲ ਨੂੰ ਬਾਦਸ਼ਾਹ ਬਣਾਉਣ ਲਈ ਫੌਜ ਜੰਗੇ ਮੈਦਾਨ ਵਿੱਚ ਜੂਝ ਰਹੀ ਸੀ, ਜਦੋਂ ਉਹੀ ਨਾ ਰਿਹਾ ਤਾਂ ਫੌਜ ਨੇ ਲੜਨਾ ਕਿਹਦੇ ਲਈ ਸੀ। ਫੌਜ ਵੀ ਜੰਗੇ ਮੈਦਾਨ ਛੱਡ ਕੇ ਭੱਜਣ ਲੱਗ ਪਈ। ਸੋ ਹੁਣ ਜਿਹੜੇ ਯੋਧੇ ਦੇ ਤੀਰ ਕਾਰਨ ਪੂਰੇ ਜੰਗੇ ਮੈਦਾਨ ਦਾ ਨਕਸ਼ਾ ਹੀ ਬਦਲ ਗਿਆ ਸੀ, ਹੁਣ ਉਹਦੀ ਪਛਾਣ ਕਰਨ ਦੀ ਵਾਰੀ ਆਈ। ਪੁਰਾਣੇ ਸਮਿਆਂ ਵਿੱਚ ਹਰ ਤੀਰਅੰਦਾਜ਼ ਆਪਣੇ ਤੀਰ ਦੇ ਉੱਤੇ ਕੋਈ ਨਾ ਕੋਈ ਨਿਸ਼ਾਨੀ ਲਾ ਕੇ ਰੱਖਦਾ ਸੀ, ਤਾਂ ਜੋ ਨਿਸ਼ਾਨੇ ਤੇ ਲੱਗੇ ਤੀਰਾਂ ਵਿੱਚੋਂ ਪਤਾ ਕੀਤਾ ਜਾ ਸਕੇ ਕਿ ਕਿਹੜਾ ਤੀਰ ਕਿਹਦਾ ਹੈ। ਤੇ ਜਦੋਂ ਬਹਾਦਰ ਸ਼ਾਹ ਨੇ ਜੰਗੇ ਮੈਦਾਨ ਵਿੱਚ ਆ ਕੇ ਜ਼ਮੀਨ ਤੇ ਪਏ ਆਪਣੇ ਭਰਾ ਦੀ ਛਾਤੀ ਵਿੱਚੋਂ ਤੀਰ ਕੱਢਿਆ ਤਾਂ ਵੇਖ ਕੇ ਕਹਿਣ ਲੱਗਾ ਕਿ ਮੈਂ ਜਾਣਦਾ ਹੈ ਤੀਰ ਕਿਹਦਾ ਹੈ, ਮੈਂ ਜਾਣਦਾ ਹਾਂ। ਉਸ ਤੀਰ ਦੀ ਨੋਕ ਤੇ ਲੱਗੇ ਸੋਨੇ ਤੋਂ ਬਹਾਦਰ ਸ਼ਾਹ ਨੇ ਪਛਾਣ ਲਿਆ ਕਿ ਇਹ ਤੀਰ ਗੁਰਦੇਵ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀ। ਇਹ ਵੀ ਗੁਰੂ ਪਾਤਸ਼ਾਹ ਦੀ ਉਦਾਰਤਾ ਦਾ ਇੱਕ ਸਬੂਤ ਹੈ ਕਿ ਉਹਨਾਂ ਦੇ ਹਰ ਤੀਰ ਦੀ ਨੋਕ ਦੇ ਉੱਤੇ ਸੋਨਾ ਲੱਗਿਆ ਹੁੰਦਾ ਸੀ, ਤਾਂ ਕਿ ਜਿਹਦੇ ਤੀਰ ਵੱਜਿਆ ਹੈ ਜੇ ਉਹ ਜ਼ਖਮੀ ਹੋਵੇ ਤਾਂ ਆਪਣਾ ਇਲਾਜ ਕਰਵਾ ਸਕੇ ਤੇ ਜੇ ਮਰ ਜਾਵੇ ਤਾਂ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਹੋ ਸਕਣ। ਗੁਰਦੇਵ ਪਾਤਸ਼ਾਹ ਦੇ ਇੱਕ ਤੀਰ ਨੇ ਬਹਾਦਰ ਸ਼ਾਹ ਨੂੰ ਹਾਰੀ ਹੋਈ ਬਾਜੀ ਜਿਤਵਾ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਦੀ ਕਿਸਮਤ ਤੈਅ ਕਰ ਦਿੱਤੀ ਸੀ। ਇਸ ਤੋਂ ਬਾਅਦ ਦਿੱਲੀ ਦਾ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਰੀਦ ਬਣ ਗਿਆ। ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਣ ਲੱਗ ਪਈ, ਪਰ ਆਖਰਕਾਰ ਸੀ ਤਾਂ ਉਹ ਔਰੰਗਜ਼ੇਬ ਦਾ ਹੀ ਖੂਨ। ਥੋੜੇ ਸਮੇਂ ਬਾਅਦ ਹੀ ਦਸ਼ਮੇਸ਼ ਪਿਤਾ ਨਾਲ ਉਹਦੇ ਸੰਬੰਧ ਇੱਕ ਵਾਰ ਫੇਰ ਵਿਗੜ ਗਏ ਤੇ ਸਿੱਖਾਂ ਤੇ ਮੁਗਲਾਂ ਦੇ ਰਿਸ਼ਤੇ ਇੱਕ ਵਾਰ ਫੇਰ ਪਹਿਲਾਂ ਵਰਗੇ ਹੋ ਗਏ। ਆਖਰ ਕੀ ਸਨ ਇਸ ਮਤਭੇਦ ਦੇ ਕਾਰਨ, ਜਾਣਾਂਗੇ ਕਿਸੇ ਹੋਰ ਵੀਡੀਓ ਵਿੱਚ। ਇਹ ਵੀਡੀਓ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਸਿੱਖੀ ਦੇ ਪ੍ਰਚਾਰ ਦੀ ਸੇਵਾ ਵਿੱਚ ਤੁਹਾਡਾ ਵੀ ਹਿੱਸਾ ਪੈ ਸਕੇ। ਚੈਨਲ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ।